गुड मॉर्निंग स्टूडेंट्स, प्यारे विद्यार्थियों। ਆਪਾਂ ਪਿਛਲੇ ਲੈਕਚਰ ਦੇ ਵਿੱਚ ਡਾਕਟਰ ਦਲੀਪ ਕੌਰ ਟਿਵਾਣਾ ਜੀ ਦੇ ਨਾਵਲ ਇਹ ਹਮਾਰਾ ਜੀਵਨਾ ਬਾਰੇ ਪੜ੍ਹਿਆ ਸੀ। ਤਾਂ ਜਿਸ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੀ ਕਿ ਇਸ ਨਾਵਲ ਦੇ ਵਿੱਚੋਂ ਤੁਹਾਨੂੰ ਪੇਪਰ ਦੇ ਵਿੱਚ ਕਿਹੋ ਜਿਹੇ ਕੁਐਸਚਨ ਪੁੱਛੇ ਜਾ ਸਕਦੇ ਨੇ। ਤਾਂ ਅੱਜ ਆਪਾਂ ਇਸ ਨਾਵਲ ਬਾਰੇ ਸੰਖੇਪ ਵਿੱਚ ਪੜ੍ਹਾਂਗੇ। ਤਾਂ ਡਾਕਟਰ ਦਲੀਪ ਕੌਰ ਟਿਵਾਣਾ ਜੀ ਦਾ ਨਾਵਲ ਹੈ ਇਹ ਹਮਾਰਾ ਜੀਵਨਾ, ਜੋ ਪਹਿਲੀ ਵਾਰ 1969 ਦੇ ਵਿੱਚ ਛਾਪਿਆ ਸੀ। ਅਤੇ ਇਸ ਨਾਵਲ ਦੇ ਵਿੱਚ ਡਾਕਟਰ ਦਲੀਪ ਕੌਰ ਟਿਵਾਣਾ ਇਸਤਰੀ ਜਾਤੀ ਦੀ ਤਰਾਸਦੀ ਨੂੰ ਬਿਆਨ ਕਰਦੀ ਹੈ। ਤਾਂ ਇਸ ਨਾਵਲ ਦੇ ਵਿੱਚ ਮੁੱਖ ਪਾਤਰ ਭਾਨੋ ਤੇ ਨਰੈਣਾ। ਤਾਂ ਭਾਨੋ ਦੀ ਕਿਹੋ ਜਿਹੀ ਤਰਾਸਦੀ ਇਸ ਨਾਵਲ ਦੇ ਵਿੱਚ ਬਿਆਨ ਕੀਤੀ ਹੈ ਕਿ ਕਿਸ ਤਰ੍ਹਾਂ ਉਸਦੇ ਮਾਂ-ਬਾਪ ਛੋਟੀ ਉਮਰ ਦੇ ਵਿੱਚ ਹੀ ਉਸਨੂੰ ਵੇਚ ਦਿੰਦੇ ਨੇ। ਤਾਂ ਕਿਸ ਤਰ੍ਹਾਂ ਫਿਰ ਉਸ ਦੇ ਪਤੀ ਦੇ ਭਰਾ ਨੇ ਜਿਹੜੇ ਉਹ ਉਸ 'ਤੇ ਮਾੜੀ ਨਿਗਾਹ ਰੱਖਦੇ ਨੇ ਅਤੇ ਅੰਤ ਦੇ ਉੱਤੇ ਉਸਦੇ ਪਤੀ ਦਾ ਸਰਵਣ ਦਾ ਕਤਲ ਕਰ ਦਿੰਦੇ ਨੇ। ਤਾਂ ਫਿਰ ਦੁਬਾਰਾ ਉਸਦੇ ਪੇਕੇ ਜਾਂ ਉਸਦਾ ਬਾਪ ਹੈ ਜਿਹੜਾ ਉਸਨੂੰ ਦੁਬਾਰਾ ਵੇਚਣ ਦੀ ਕੋਸ਼ਿਸ਼ ਕਰਦਾ। ਤਾਂ ਉੱਥੋਂ ਉਸਨੂੰ ਉਹ ਗੁੱਸੇ ਦੇ ਵਿੱਚ ਆ ਕੇ ਜਾਂ ਇਸ ਡਰ ਤੋਂ ਕਿ ਦੁਬਾਰਾ ਵੇਚੀ ਜਾਵੇਗੀ ਤਾਂ ਗੰਗਾ ਦੇ ਨਹਾਉਣ ਚਲੀ ਜਾਂਦੀ ਹੈ। ਤਾਂ ਉੱਥੇ ਜਾ ਕੇ ਉਹ ਗੰਗਾ ਨਦੀ ਦੇ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕਰਦੀ ਹੈ, ਜਿੱਥੋਂ ਕਿ ਨਰੈਣਾ ਅਮਲੀ ਉਸਨੂੰ ਰੋਕ ਦਿੰਦਾ। ਤਾਂ ਫਿਰ ਕਿਸ ਤਰ੍ਹਾਂ ਨਰੈਣਾ ਅਮਲੀ ਦੇ ਜਿਹੜੇ ਦੋਸਤ ਨੇ ਉਸ 'ਤੇ ਮਾੜੀ ਨਿਗਾਹ ਰੱਖਦੇ ਨੇ ਅਤੇ ਕਿਸ ਤਰ੍ਹਾਂ ਪਿੰਡ ਦੀਆਂ ਜਨਾਨੀਆਂ ਨੇ ਜਿਹੜੀਆਂ ਉਸ ਬਾਰੇ ਉਸ ਦੇ ਚਰਿੱਤਰਹੀਣ ਹੋਣ ਦੀਆਂ ਗੱਲਾਂ ਕਰਦੇ ਨੇ। ਅਤੇ ਫਿਰ ਕਿਸ ਤਰ੍ਹਾਂ ਗੁਰਦੁਆਰੇ ਦਾ ਪਾਠੀ ਹੈ ਜਿਹੜਾ ਉਹ ਉਸ ਨਾਲ 'ਤੇ ਜਿਹੜੀ ਮਾੜੀ ਨਿਗਾਹ ਉਹ ਰੱਖਦਾ। ਅਤੇ ਅੰਤ ਦੇ ਉੱਤੇ ਕੀ ਹੁੰਦਾ ਕਿ ਉਸ 'ਤੇ ਬੱਚਾ ਨਹੀਂ ਹੁੰਦਾ। ਤਾਂ ਬੱਚਾ ਪੈਦਾ ਨਾ ਹੋਣ ਦੇ ਕਾਰਨ ਉਸਦਾ ਪਤੀ ਹੈ ਜਿਹੜਾ ਦੂਸਰਾ ਵਿਆਹ ਕਰਵਾ ਲੈਂਦਾ ਅਤੇ ਭਾਨੋ ਨੂੰ ਕਿਤੇ ਹੋਰ ਕਿਸੇ ਬੰਦੇ ਨਾਲ ਤੋੜ ਦਿੰਦਾ। ਤਾਂ ਇਸ ਤਰ੍ਹਾਂ ਦੀ ਤਰਾਸਦੀ ਹੈ ਜਿਹੜੀ ਉਹ ਇਸ ਨਾਵਲ ਦੇ ਵਿੱਚ ਬਿਆਨ ਕੀਤੀ ਗਈ ਹੈ। ਤਾਂ ਨਰੈਣਾ ਅਮਲੀ ਹੈ ਜਿਹੜਾ ਉਹ ਗੰਗਾ 'ਤੇ ਨਹਾਉਣ 'ਤੇ ਜਾਂਦਾ। ਤਾਂ ਉੱਥੋਂ ਇੱਕ ਭਾਨੋ ਨਾਂ ਦੀ ਜਨਾਨੀ ਨੂੰ ਲੈ ਆਉਂਦਾ। ਤਾਂ ਗਲੀ ਦੀਆਂ ਤੀਵੀਆਂ ਨੇ ਜਿਹੜੀਆਂ ਉਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਨੇ ਕਿ ਇਹ ਨਿੱਤ ਕਿਤੇ ਜਾਣ ਵਾਲੀ ਹੈ, ਕਦੇ ਕਿਤੇ ਜਾਣ ਵਾਲੀ ਹੈ, ਜਾਂ ਇਹ ਚਰਿੱਤਰਹੀਣ ਹੈ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਉਹ ਕਰਦੀਆਂ ਨੇ। ਤਾਂ ਸੰਤੀ ਜੋ ਕਿ ਭਾਨੋ ਨਾਲ ਗੱਲਾਂ ਕਰਦੀ ਹੈ ਤਾਂ ਉਸਨੂੰ ਪਤਾ ਲੱਗਦਾ ਕਿ ਇਹ ਇਸ ਦੇ ਪੇਕੇ ਭੁੱਲੀ ਕੇ ਕੋਟਲੇ ਸਨ ਅਤੇ ਜਿਨ੍ਹਾਂ ਨੇ ਪੁੱਤਰ ਦੀ ਬਿਮਾਰੀ ਕਰਕੇ ਇਸ ਦੇ ਬਾਪ ਨੇ ਇਸ ਨੂੰ ਸਰਵਣ ਨਾਂ ਦੇ ਬੰਦੇ ਕੋਲ ਵੇਚ ਦਿੱਤਾ ਅਤੇ ਜਿੱਥੇ ਉਸਦੇ ਭਰਾ ਇਸ 'ਤੇ ਮਾੜੀ ਨਾਲ ਨਿਗਾਹ ਰੱਖਦੇ ਸੀ ਅਤੇ ਅੰਤ ਦੇ ਵਿੱਚ ਉਸਦੇ ਭਰਾ ਸਰਵਣ ਦਾ ਕਤਲ ਕਰ ਦਿੰਦੇ ਨੇ। ਤਾਂ ਭਾਨੋ ਹੈ ਜਿਹੜੀ ਉਹ ਉਸਨੂੰ ਸਾਰੀਆਂ ਗੱਲਾਂ ਦੱਸਦੀ ਹੈ। ਤਾਂ ਕਿਵੇਂ ਸਰਵਣ ਨਾਲ ਬੀਤੇ ਆਪਣੇ ਚੰਗੇ ਦਿਨਾਂ ਨੂੰ ਉਹ ਯਾਦ ਕਰਦੀ ਹੈ, ਜਿਸ ਦੇ ਕਾਰਨ ਉਸਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ। ਭਾਵੇਂ ਕਿ ਉਹ ਨਰੈਣੇ ਦੇ ਪ੍ਰਤੀ ਪੂਰੀ ਵਫਾਦਾਰ ਹੈ ਆਪਣੇ ਪ੍ਰਤੀ, ਪਰ ਫਿਰ ਵੀ ਉਹ ਸਰਵਣ ਦੀਆਂ ਯਾਦਾਂ ਨੇ ਜਿਹੜੀਆਂ ਉਹ ਨਹੀਂ ਭੁੱਲਦੀ, ਜਿਸ ਦੇ ਕਾਰਨ ਨਰੈਣਾ ਉਸਨੂੰ ਕਈ ਵਾਰ ਝਿੜਕਦਾ ਵੀ ਹੈ। ਤਾਂ ਇਸ ਤਰ੍ਹਾਂ ਭਾਨੋ ਨੇ ਨਰੈਣੇ ਦੇ ਘਰ ਦਾ ਬਹੁਤ ਸਾਰਾ ਸੁਧਾਰ ਕੀਤਾ ਅਤੇ ਉਸਨੂੰ ਬਹੁਤ ਚੱਜ ਆਚਾਰ ਨੇ ਜਿਹੜੇ ਉਹ ਸਿਖਾਏ, ਪਰ ਉਹ ਅਮਲੀ ਸੀ ਤਾਂ ਉਹ ਨਸ਼ਾ ਨਹੀਂ ਛੱਡਦਾ ਸੀ। ਤਾਂ ਜਦੋਂ ਉਹ ਅਮਲੀ ਆਪਣੇ ਦੋਸਤਾਂ ਨੂੰ ਘਰ ਲਿਆਉਂਦਾ ਸੀ ਤਾਂ ਕਿਸ ਤਰ੍ਹਾਂ ਉਸ ਦੇ ਉੱਤੇ ਉਹ ਮਾੜੀ ਨਿਗਾਹ ਸੀ ਜਿਹੜੇ ਉਹ ਇਸ ਤਰ੍ਹਾਂ ਭਾਨੋ ਦੇ ਕਹਿਣ 'ਤੇ ਨਰੈਣਾ ਸਗੋਂ ਉਸਨੂੰ ਹੀ ਬੁਰਾ ਭਲਾ ਕਹਿੰਦਾ ਹੈ। ਅਤੇ ਜਦੋਂ ਇਹ ਗੱਲ ਸੰਤੀ ਜਾਂ ਇੱਕ ਨਾਵਲ ਦੀ ਪਾਤਰ ਦਿਆਲੋ ਹੈ ਤਾਂ ਉਸਨੂੰ ਪਤਾ ਲੱਗਦਾ ਤਾਂ ਉਹ ਉਸ ਬਾਰੇ ਬੁਰਾ ਹੀ ਸੋਚਦੀਆਂ ਹਨ। ਸਗੋਂ ਦਿਆਲੋ ਕਹਿੰਦੀ ਹੈ ਕਿ ਇਸ ਨੇ ਮੇਰਾ ਦਿਓਰ ਜਾਗਰ ਹੈ ਜਿਹੜਾ ਉਹ ਵੀ ਪੱਟ ਦਿੱਤਾ ਹੈ, ਕਿਉਂਕਿ ਇਹ ਐਵੇਂ ਦੀ ਹੀ ਚਰਿੱਤਰਹੀਣ ਜਨਾਨੀ ਹੈ। ਤਾਂ ਇੱਕ ਦਿਨ ਰਾਤ ਪੈਂਦਿਆਂ ਹੀ ਜਾਗਰ ਹੈ ਜਿਹੜਾ ਉਹ ਨਰੈਣੇ ਦਾ ਬੂਹਾ ਖੜਕਾਉਂਦਾ। ਤਾਂ ਜਦੋਂ ਭਾਨੋ ਦੱਸਦੀ ਹੈ ਕਿ ਨਰੈਣ ਘਰ ਨਹੀਂ ਤਾਂ ਉਸ ਦੇ ਅੰਦਰ ਆ ਜਾਂਦਾ ਤਾਂ ਉਸ ਨਾਲ ਬੁਰਾ ਵਿਵਹਾਰ ਕਰਦਾ। ਤਾਂ ਜਦੋਂ ਇੰਨੇ ਨੂੰ ਇਹ ਹੁੰਦਾ ਕਿ ਉਸਨੂੰ ਲੱਗਦਾ ਕਿ ਸ਼ਾਇਦ ਨਰੈਣਾ ਹੈ ਜਿਹੜਾ ਉਹ ਆ ਗਿਆ ਤਾਂ ਉਸ ਦਾ ਘਰ ਹੈ ਜਿਹੜਾ ਉਹ ਛੱਡ ਕੇ ਚਲਾ ਜਾਂਦਾ। ਤਾਂ ਇੱਕ ਦਿਨ ਉਹ ਬੈਠੇ ਕਿਤੇ ਸ਼ਰਾਬ ਪੀ ਰਹੇ ਹੁੰਦੇ ਨੇ। ਤਾਂ ਜਾਗਰ ਨੂੰ ਇਹ ਹੁੰਦਾ ਕਿ ਇਸ ਤੋਂ ਪਹਿਲਾਂ ਕਿ ਇਹ ਭਾਨੋ ਹੈ ਜਿਹੜੀ ਉਹ ਮੇਰੇ ਬਾਰੇ ਦੱਸੇ, ਤਾਂ ਉਹ ਨਰੈਣੇ ਨੂੰ ਕਹਿੰਦਾ ਕਿ ਜਿਹੜੀ ਭਾਨੋ ਹੈ ਬਹੁਤ ਹੀ ਚਰਿੱਤਰਹੀਣ ਹੈ। ਤਾਂ ਉਸ ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਜੋੜ ਕੇ ਸੁਣਾਉਂਦਾ। ਤਾਂ ਜਿਸ ਦੇ ਨਾਲ ਕੀ ਹੁੰਦਾ
ਨਰੈਣਾ ਹੈ ਜਿਹੜਾ ਉਹ ਗੁੱਸੇ ਹੋ ਜਾਂਦਾ ਅਤੇ ਆ ਕੇ ਉਹ ਭਾਨੋ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਤਾਂ ਸੰਤੀ ਦੇ ਆਉਣ 'ਤੇ ਨਰੈਣਾ ਹੈ ਜਿਹੜਾ ਉਹ ਭਾਨੋ ਨੂੰ ਕੁੱਟਣੋਂ ਹਟਦਾ, ਜਿਸ ਦੇ ਨਾਲ ਉਸ 'ਤੇ ਬਹੁਤ ਸਾਰੀਆਂ ਸੱਟਾਂ ਨੇ ਜਿਹੜੀਆਂ ਉਹ ਲੱਗਦੀਆਂ ਨੇ। ਤਾਂ ਇਸਤਰੀ ਜਾਤੀ ਦੀ ਇਹ ਤਰਾਸਦੀ ਵੀ ਇਸ ਨਾਵਲ ਦੇ ਵਿੱਚ ਬਿਆਨ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਹ ਪਤੀ ਦੇ ਹੱਥੋਂ ਕੁੱਟਮਾਰ ਹੈ ਜਿਹੜੀ ਉਹ ਕੁੱਟਮਾਰ ਕਰਨ ਤੋਂ ਬਾਅਦ ਨਰੈਣਾ ਕੋਸ਼ਿਸ਼ ਕਰਦਾ ਹੈ ਕਿ ਉਸ ਦੀਆਂ ਸੱਟਾਂ ਨੂੰ ਦੇਖਿਆ ਜਾਵੇ ਜਾਂ ਉਸ ਦੀਆਂ ਸੱਟਾਂ ਦੀ ਮਾਲਿਸ਼ ਕੀਤੀ ਜਾਵੇ। ਭਾਵੇਂ ਕਿ ਕੁੱਟਣ ਤੋਂ ਬਾਅਦ ਨਰੈਣੇ ਨੂੰ ਵੀ ਨੀਂਦ ਹੈ ਜਿਹੜੀ ਉਹ ਨਹੀਂ ਆਉਂਦੀ, ਉਸਨੂੰ ਘਬਰਾਹਟ ਹੁੰਦੀ ਹੈ, ਤਾਂ ਬਾਰ-ਬਾਰ ਉਹ ਭਾਨੋ ਵੱਲ ਧਿਆਨ ਕਰਦਾ ਹੈ ਅਤੇ ਉਸਨੂੰ ਦੁੱਧ ਵਗੈਰਾ ਜਿਹੜਾ ਉਹ ਰਾਤ ਨੂੰ ਗਰਮ ਕਰਕੇ ਦਿੰਦਾ ਹੈ, ਜਿਸ ਦੇ ਨਾਲ ਉਸਦੀਆਂ ਸੱਟਾਂ ਨੇ ਜਿਹੜੀਆਂ ਉਹ ਠੀਕ ਹੋ ਸਕਣ। ਤਾਂ ਇਸ ਕਾਰਨ ਭਾਨੋ ਹੈ ਜਿਹੜੀ ਉਹ ਕਈ ਦਿਨ ਬਾਹਰ ਨਹੀਂ ਨਿਕਲਦੀ। ਤਾਂ ਵਾਚਨੀ ਹੈ ਜਿਹੜੀ ਉਸਦੀ ਗੁਆਂਢਣ ਹੈ, ਤਾਂ ਉਹ ਨਿੱਤ ਉਸਦੇ ਕੋਲ ਆਉਂਦੀ ਹੈ ਅਤੇ ਗੱਲਾਂ ਕਰਕੇ ਜਾਂਦੀ ਹੈ। ਤਾਂ ਵਾਚਨੀ ਨੇ ਜਦੋਂ ਦਿਆਲੋ ਨੂੰ ਇਹ ਗੱਲ ਦੱਸਦੀ ਹੈ ਕਿ ਇਸ ਤਰ੍ਹਾਂ ਨਰੈਣੇ ਨੇ ਉਸਦੀ ਕੁੱਟਮਾਰ ਕੀਤੀ ਹੈ, ਤਾਂ ਦਿਆਲੋ ਹੈ ਜਿਹੜੀ ਉਹ ਕਹਿੰਦੀ ਹੈ, ਕਹਿੰਦੇ ਇਹੋ ਜਿਹੀ ਚਰਿੱਤਰਹੀਣ ਔਰਤਾਂ ਦੀ ਇੱਦਾਂ ਹੀ ਜਿਹੜੀ ਮਾਰ ਕੁੱਟ ਹੈ ਉਹ ਹੋਣੀ ਚਾਹੀਦੀ ਹੈ। ਤਾਂ ਭਾਨੋ ਹੈ ਜਿਹੜੀ ਤਾਂ ਦਿਆਲੋ ਨਾਲ ਸਾਰੀਆਂ ਗੱਲਾਂ ਕਰਦੀ ਹੈ, ਸੰਤੀ ਨਾਲ ਗੱਲਾਂ ਕਰਦੀ ਹੈ ਕਿ ਕਿਸ ਤਰ੍ਹਾਂ ਸਰਵਣ ਦੇ ਮਾਰਨ ਮਗਰੋਂ ਜਦੋਂ ਉਹ ਆਪਣੇ ਪੇਕਿਆਂ ਦੇ ਰਹਿ ਰਹੀ ਸੀ ਤਾਂ ਉਸਨੂੰ ਕੀ ਪਤਾ ਲੱਗਦਾ ਕਿ ਉਸਦਾ ਬਾਪ ਕਿਤੇ ਉਸਨੂੰ ਹੋਰ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਂ ਕਹਿੰਦੇ ਉਹ ਬੇਚੈਨ ਹੋ ਜਾਂਦੀ ਹੈ, ਤਾਂ ਉਹ ਇੱਕ ਦਿਨ ਆਪਣੇ ਬਾਪ ਨੂੰ ਪੁੱਛ ਕੇ ਸੰਗਤ ਦੇ ਨਾਲ ਗੰਗਾ ਨਹਾਉਣ ਚਲੀ ਜਾਂਦੀ ਹੈ, ਜਿੱਥੇ ਉਹ ਗੰਗਾ ਨਦੀ ਦੇ ਵਿੱਚ ਗੰਗਾ ਨਦੀ ਦੇ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕਰਦੀ ਹੈ। ਤਾਂ ਪਰ ਨਰੈਣਾ ਜਿਹੜਾ ਉਹ ਉਸਨੂੰ ਛਾਲ ਮਾਰਨ ਤੋਂ ਰੋਕ ਲੈਂਦਾ। ਤਾਂ ਜਦੋਂ ਪੁਲਿਸ ਦੇ ਆਉਣ 'ਤੇ ਉਹ ਇਹ ਕਹਿੰਦਾ ਹੈ ਕਿ ਇਹ ਮੇਰੀ ਪਤਨੀ ਹੈ, ਇਸ ਦਾ ਪੈਰ ਤਿਲਕ ਗਿਆ ਸੀ, ਤਾਂ ਉਹ ਉੱਥੋਂ ਭਾਨੋ ਨੂੰ ਲੈ ਆਉਂਦਾ। ਤਾਂ ਭਾਨੋ ਨੇ ਅੱਗੇ ਗੱਲ ਤੋਰਦਿਆਂ ਇਹ ਵੀ ਦੱਸਿਆ ਕਿ ਉਸਨੇ ਮਰਨ ਤੋਂ ਪਹਿਲਾਂ ਕਿਸ ਤਰ੍ਹਾਂ ਆਪਣੀ ਨੀਤ ਭਰ ਕੇ ਕੜਾਹ ਪੂਰੀਆਂ ਖਾਧੀਆਂ ਸੀ ਅਤੇ ਫਿਰ ਉਸਨੇ ਬੱਤਾ ਵੀ ਪੀਤਾ ਸੀ। ਤਾਂ ਉਹ ਸਾਰੀ ਗੱਲਬਾਤ ਦੱਸਣ ਤੋਂ ਬਾਅਦ ਕਹਿੰਦੀ ਹੈ ਕਿ ਜਦੋਂ ਨਰੈਣ ਨੂੰ ਇਹ ਪਤਾ ਲੱਗਦਾ ਕਿ ਉਸਦੇ ਕੋਈ ਘਰ ਨਹੀਂ, ਤਾਂ ਉਹ ਉਸਨੂੰ ਉਸਦੇ ਨਾਲ ਚੱਲਣ ਲਈ ਕਹਿੰਦਾ ਕਿ ਤੈਨੂੰ ਮੈਂ ਆਪਣੀ ਪਤਨੀ ਹੈ ਜਿਹੜੀ ਉਹ ਬਣਾ ਕੇ ਰੱਖਾਂਗਾ। ਤਾਂ ਨਰੈਣਾ ਉਸਨੂੰ ਉੱਥੋਂ ਲੈ ਆਉਂਦਾ ਹੈ ਕਿ ਉਹ ਇਹ ਸੋਚ ਲਵੇਗਾ ਕਿ ਇਸ ਨੂੰ ਗੰਗਾ ਮਾਈ ਨੇ ਦਿੱਤੀ ਹੈ। ਤਾਂ ਨਰੈਣੇ ਦੇ ਘਰ ਆ ਕੇ ਉਹ ਇੱਕ ਵਫਾਦਾਰ ਪਤਨੀ ਵਾਲੀਆਂ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਨਿਭਾਉਣ ਦੀ ਕਰਦੀ ਹੈ। ਤਾਂ ਜਦੋਂ ਕਣਕ ਪੱਕਣ ਦਾ ਮੌਸਮ ਸੀ ਤਾਂ ਭਾਨੋ ਨੇ ਨਰੈਣੇ ਨੂੰ ਕਿਹਾ ਕਿ ਉਹ ਐਤਕੀ ਸਿਰ ਰਲਾ ਕੇ ਖੇਤੀ ਕਰ ਲੈਣ, ਪਰ ਵਿਹਲੜ ਅਤੇ ਕੰਮਚੋਰ ਨਰੈਣਾ ਜਿਹੜਾ ਉਹ ਨਾ ਮੰਨਿਆ। ਤਾਂ ਉਹ ਹਰ ਤਰ੍ਹਾਂ ਨਰੈਣੇ ਦੇ ਘਰ ਨੂੰ ਸੁਧਾਰਨ ਦੀ ਗੱਲ ਸੋਚਦੀ ਸੀ ਅਤੇ ਆਪ ਵੀ ਸਾਰਾ ਦਿਨ ਕੰਮ ਕਰਦੀ ਸੀ। ਤਾਂ ਉਸ ਦੀ ਭੈਣ ਨਰੈਣੇ ਦੀ ਭੈਣ ਜੋ ਕਿ ਕਾਫੀ ਟਾਈਮ ਤੋਂ ਨਰੈਣਾ ਉਸ ਕੋਲੇ ਨਹੀਂ ਗਿਆ ਸੀ, ਤਾਂ ਉਹ ਉਸ ਕੋਲੇ ਜਾਣ ਦੀ ਵੀ ਕੋਸ਼ਿਸ਼ ਕਰਦੀ ਹੈ। ਤਾਂ ਭਾਨੋ ਇਸ ਨਾਵਲ ਦੇ ਵਿੱਚ ਵੱਖ-ਵੱਖ ਤਰਾਸਦੀ ਦੀ ਸ਼ਿਕਾਰ ਹੈ ਜਿਹੜੀ ਉਹ ਹੁੰਦੀ ਹੈ। ਤਾਂ ਇੱਕ ਦਿਨ ਸ਼ਾਮ ਵੇਲੇ ਨਰੈਣੇ ਦੀ ਭੈਣ ਹੈ ਜਿਹੜੀ ਉਹ ਕਰਤਾਰੀ ਆ ਜਾਂਦੀ ਹੈ। ਤਾਂ ਕਰਤਾਰੇ ਦੇ ਮੜੰਗਿਆਂ ਤੋਂ ਹੀ ਉਹ ਪਹਿਚਾਣ ਦਿੰਦੀ ਹੈ ਕਿ ਇਹ ਨਰੈਣੇ ਦੀ ਭੈਣ ਹੈ, ਕਿਉਂਕਿ ਉਹ ਪਹਿਲਾਂ ਕਦੇ ਨਹੀਂ ਆਈ ਹੁੰਦੀ। ਤਾਂ ਉਹ ਉਸ ਦੀ ਪੂਰੀ ਆਓ ਭਗਤ ਕਰਦੀ ਹੈ, ਉਸ ਦਾ ਹਾਲ ਚਾਲ ਪੁੱਛਦੀ ਹੈ। ਤਾਂ ਜਦੋਂ ਨਰੈਣਾ ਆਉਂਦਾ ਹੈ ਤਾਂ ਉਹ ਉਸਦੀ ਭੈਣ ਹੈ ਜਿਹੜੀ ਉਸ ਦੇ ਨਾਲ ਗੁੱਸਾ ਗਿੱਲਾ ਵੀ ਹੈ ਜਿਹੜੀ ਉਹ ਜ਼ਾਹਿਰ ਕਰਦੀ ਹੈ ਕਿ ਉਹ ਕਦੇ ਉਸਦਾ ਸੁੱਖ ਸੁਨੇਹਾ ਹੈ ਜਿਹੜਾ ਉਹ ਲੈਣ ਨਹੀਂ ਆਇਆ। ਤਾਂ ਉਹ ਦੱਸਦੀ ਹੈ, ਕਰਤਾਰੀ ਹੈ ਜਿਹੜੀ ਨਰੈਣੇ ਦੀ ਭੈਣ ਨੂੰ ਦੱਸਦੀ ਹੈ ਕਿ ਮੇਰੀ ਕੁੜੀ ਦਾ ਜਿਹੜਾ ਵਿਆਹ ਹੈ। ਤਾਂ ਭਾਨੋ ਨੇ ਇਸ ਵਿਆਹ ਦੇ ਵਿੱਚ ਪੂਰੇ ਆਪਣਾ ਮਨ ਲਾ ਕੇ ਕੰਮ ਕਰਦੀ ਹੈ, ਕਿਉਂਕਿ ਭਾਨੋ ਇਹ ਸਵਾ ਮਹੀਨਾ ਕੰਮਾਂ ਦੇ ਵਿੱਚ ਹੀ ਰੁੱਝੀ ਰਹਿੰਦੀ ਹੈ। ਕਰਤਾਰੀ ਉਸਦੀ ਹਿੰਮਤ ਦੀ ਪ੍ਰਸ਼ੰਸਾ ਕਰਦੀ ਹੈ, ਕਿਉਂਕਿ ਉਹ ਕਰਤਾਰੀ ਦੀ ਕੁੜੀ ਦਾ ਵਿਆਹ ਹੈ ਜਿਹੜਾ ਉਹ ਆਪਣੇ ਘਰ ਹੀ ਕਰਦੇ ਨੇ। ਤਾਂ ਆਖਰ ਨੂੰ ਵਿਆਹ ਹੋ ਜਾਂਦਾ ਹੈ, ਤਾਂ ਸਾਰੇ ਵਿਦਾ ਹੋ ਜਾਂਦੇ ਨੇ ਅਤੇ ਵਿਦਾਇਗੀ ਮਗਰੋਂ ਮੇਲਣਾ ਨੱਚਣ ਲੱਗ ਪਈਆਂ ਅਤੇ ਇੱਕ ਨੇ ਭਾਨੋ ਨੂੰ ਫੜ ਕੇ ਨੱਚਣ ਲਾ ਦਿੱਤਾ ਅਤੇ ਉਹ ਖੂਬ ਬੋਲੀਆਂ ਪਾ ਕੇ ਨੱਚੀ। ਤਾਂ ਹੌਲੀ ਹੌਲੀ ਸਾਰੇ ਵਿਆਹ ਤੋਂ ਬਾਅਦ ਵਿਦਾ ਹੋ ਜਾਂਦੇ ਨੇ। ਤਾਂ ਵਿਦਾ ਹੋਣ ਤੋਂ ਬਾਅਦ ਸੰਤੀ ਨੇ ਜਿਹੜੀ ਗੱਲ ਹੈ ਇੱਕ ਭਾਨੋ ਨੂੰ ਦੱਸੀ ਕਿ ਵਿਆਹ ਦੇ ਵਿੱਚ ਕਰਤਾਰੀ ਦੇ ਪ੍ਰਾਹੁਣੇ ਦਾ ਭਰਾ ਹਰੀਆ ਆਇਆ ਹੋਇਆ ਹੈ। ਉਸਦੀ ਇੱਕ ਸਾਲੀ ਚੰਗੀ ਨਾ ਹੋਣ ਕਰਕੇ ਘਰ ਬੈਠੀ ਹੈ, ਕਿਉਂਕਿ ਉਸਨੇ ਵਿਆਹ ਤੋਂ 7ਵੇਂ ਮਹੀਨੇ ਇੱਕ ਮੁੰਡੇ ਨੂੰ ਜਨਮ ਦੇ ਦਿੱਤਾ ਸੀ। ਕਹਿੰਦੇ ਬੇਸ਼ੱਕ ਉਹ ਮੁੰਡਾ 2 ਮਹੀਨਿਆਂ ਮਗਰੋਂ ਮਰ ਗਿਆ ਸੀ, ਪਰ ਅਗਲੇ ਉਸਨੂੰ ਲੈਣ ਨਹੀਂ ਆਏ। ਸੰਤੀ ਨੇ ਦੱਸਿਆ ਕਿ ਉਸਨੂੰ ਆਪਣੇ ਪਤੀ ਤੋਂ ਪਤਾ ਲੱਗਿਆ ਕਿ ਉਹ ਨਰੈਣ ਨਾਲ ਗੰਢ ਤੁੱਪ ਕਰਦਾ ਸੀ ਕਿ ਭਾਨੋ ਨੂੰ ਤਾਂ ਕੋਈ ਬੱਚਾ ਹੋਣਾ ਨਹੀਂ, ਉਹ ਉਸਨੂੰ ਲੈ ਆਵੇ। ਤਾਂ 600 ਰੁਪਏ ਵਿੱਚ ਗੱਲ ਪੱਕੀ ਹੋ ਗਈ ਹੈ। ਇਹ ਸੁਣ ਕੇ
ਭਾਨੋ ਹੈ ਜਿਹੜੀ ਉਹ ਡੌਰ ਪੌਰ ਹੋ ਜਾਂਦੀ ਹੈ ਅਤੇ ਉਸਨੂੰ ਯਕੀਨ ਵੀ ਨਹੀਂ ਆਉਂਦਾ ਕਿ ਨਰੈਣਾ ਹੈ ਜਿਹੜਾ ਉਸ ਬਾਰੇ ਇਹ ਗੱਲ ਸੋਚ ਲੈਂਦੀ ਹੈ, ਸੋਚ ਸਕਦਾ ਹੈ। ਤਾਂ ਇਸ ਗੱਲ ਨੂੰ ਸੋਚ ਕੇ ਉਹ ਬਹੁਤ ਹੀ ਜ਼ਿਆਦਾ ਘਬਰਾ ਜਾਂਦੀ ਹੈ। ਤਾਂ ਉਹ ਗੁਰਦੁਆਰੇ ਦੇ ਵਿੱਚ ਮੱਥਾ ਟੇਕਣ ਜਾਂਦੀ ਹੈ ਅਤੇ ਆਪਣੇ ਆਪ ਨੂੰ ਥੱਕੀ ਥੱਕੀ ਪ੍ਰਤੀਤ ਹੋਈ ਲੱਗਦੀ ਹੈ ਉਹ। ਅਤੇ ਜਾਂ ਤਾਂ ਉਹ ਇਸ ਦਾ ਕਾਰਨ ਹੈ ਜਿਹੜਾ ਉਹ ਵਿਆਹ ਦਾ ਕੰਮ ਸਮਝਦੀ ਹੈ, ਜਾਂ ਫਿਰ ਉਹ ਸਮਝਦੀ ਹੈ ਕਿ ਸ਼ਾਇਦ ਉਸ ਨੂੰ ਉਹ ਸੰਤੀ ਵਾਲੀ ਗੱਲ ਸੁਣ ਕੇ ਹੀ ਘਬਰਾਹਟ ਹੈ ਜਿਹੜੀ ਉਹ ਹੋ ਰਹੀ ਹੋਵੇ। ਤਾਂ ਨਰੈਣਾ ਵੀ ਇਸ ਸਾਰੀ ਗੱਲ ਨੂੰ ਸਮਝ ਜਾਂਦਾ ਹੈ ਕਿ ਭਾਨੋ ਹੈ ਜਿਹੜੀ ਉਹ ਹੁਣ ਉਦਾਸ ਰਹਿਣ ਲੱਗ ਪਈ। ਤਾਂ ਇਸ ਸਥਿਤੀ ਦੇ ਵਿੱਚ ਕੀ ਹੁੰਦਾ ਹੈ ਕਿ ਉਹ ਘਬਰਾਹਟ ਦੇ ਵਿੱਚ ਰਹਿੰਦੀ ਹੈ। ਤਾਂ ਇੱਕ ਦਿਨ ਕਾਲੀ ਬੋਲੀ ਹਨੇਰੀ ਹੈ ਜਿਹੜੀ ਉਹ ਚੜ੍ਹ ਰਹੀ ਹੁੰਦੀ ਹੈ। ਤਾਂ ਉਹ ਕੋਠੇ ਦੇ ਉੱਤੇ ਜਿਹੜਾ ਮੋਗਾ ਹੈ ਉਹ ਬੰਦ ਕਰਨ ਜਾਂਦੀ ਹੈ। ਤਾਂ ਪੌੜੀਆਂ ਦੇ ਉੱਤੋਂ ਡਿੱਗ ਜਾਂਦੀ ਹੈ, ਜਿਸ ਦੇ ਕਾਰਨ ਉਹ ਨਿਢਾਲ ਪਈ ਹੁੰਦੀ ਹੈ ਅਤੇ ਡਾਕਟਰ ਸੱਦਿਆ ਜਾਂਦਾ ਹੈ ਅਤੇ ਅੰਤ ਦੇ ਵਿੱਚ ਉਸ ਨੂੰ ਸ਼ਹਿਰ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਜਾਂਦਾ ਹੈ ਅਤੇ ਜਿੱਥੇ ਉਸ ਨੂੰ ਕਾਫੀ ਦਿਨ ਲੱਗ ਜਾਂਦੇ ਨੇ। ਪਰ ਜਦੋਂ ਭਾਨੋ ਹਸਪਤਾਲੋਂ ਘਰੋਂ ਆਉਂਦੀ ਹੈ ਤਾਂ ਉਸਨੇ ਦੇਖਿਆ ਕਿ ਅੱਗੇ ਹਰੀਏ ਦੀ ਸਾਲੀ ਭਾਗਵੰਤੀ ਹੈ ਚੁੱਲ੍ਹੇ ਕੋਲੇ ਬੈਠੀ ਰੋਟੀ ਪਕਾ ਰਹੀ ਸੀ। ਤਾਂ ਭਾਨੋ ਹੈ ਜਿਹੜੀ ਉਹ ਉੱਥੇ ਹੀ ਮੰਜੀ ਟੇਢੀ ਕਰਕੇ ਪੈ ਜਾਂਦੀ ਹੈ ਅਤੇ ਨਰੈਣੇ ਦੇ ਪੁੱਛਣ 'ਤੇ ਭਾਨੋ ਚਾਹ ਪੀਣ ਤੋਂ ਇਨਕਾਰ ਕਰ ਦਿੱਤਾ ਅਤੇ ਫਿਰ ਉਸਨੇ ਪਾਣੀ ਪੀਣ ਲਈ ਗਲਾਸ ਚੁੱਕਿਆ। ਤਾਂ ਭਾਗਵੰਤੀ ਨੇ ਉਸਦੇ ਹੱਥੋਂ ਗਲਾਸ ਫੜ ਕੇ ਬਚਨੀ ਅਤੇ ਪੰਪ ਤੋਂ ਤਾਜ਼ਾ ਪਾਣੀ ਲਿਆਤਾ। ਤਾਂ ਉਹ ਉਦੋਂ ਕੋਸ਼ਿਸ਼ ਕਰਦੀ ਹੈ ਕਿ ਹਾਂ ਮੈਂ ਭਾਨੋ ਦੀ ਸੇਵਾ ਕਰ ਰਹੀ ਹਾਂ, ਪਰ ਅੰਤ ਦੇ ਵਿੱਚ ਕੀ ਹੁੰਦਾ ਕਿ ਹੌਲੀ ਹੌਲੀ ਭਾਨੋ ਹੈ ਜਿਹੜੀ ਉਹ ਦੁਖੀ ਰਹਿਣ ਲੱਗ ਜਾਂਦੀ ਹੈ ਅਤੇ ਭਾਗਵੰਤੀ ਹੈ ਜਿਹੜੀ ਉਹ ਨਹੀਂ ਚਾਹੁੰਦੀ ਕਿ ਭਾਨੋ ਇਸ ਘਰ ਦੇ ਵਿੱਚ ਰਹੇ। ਤਾਂ ਦੋਨਾਂ ਦੇ ਵਿੱਚ ਆਪਸੀ ਲੜਾਈ ਝਗੜਾ ਵੀ ਹੁੰਦਾ ਹੈ, ਜਿਸ ਦੇ ਕਾਰਨ ਕਈ ਵਾਰ ਉਹ ਕੁੱਟਮਾਰ ਵੀ ਭਾਨੋ ਦੀ ਕੀਤੀ ਜਾਂਦੀ ਹੈ। ਤਾਂ ਅੰਤ ਦੇ ਵਿੱਚ ਕੀ ਹੁੰਦਾ ਹੈ ਕਿ ਭਾਗਵੰਤੀ ਦੇ ਮੁੰਡਾ ਹੋ ਜਾਂਦਾ ਹੈ। ਤਾਂ ਮੁੰਡਾ ਪੈਦਾ ਹੋਣ ਤੋਂ ਬਾਅਦ ਉਹ ਨਰੈਣੇ ਨੂੰ ਵੀ ਮਾੜਾ ਚੰਗਾ ਬੋਲਦੀ ਹੈ ਅਤੇ ਉਹ ਕਹਿੰਦੀ ਹੈ ਕਿ ਜਾਂ ਤਾਂ ਇਸ ਘਰ ਦੇ ਵਿੱਚ ਮੈਂ ਰਹਾਂਗੀ ਜਾਂ ਭਾਨੋ ਰਹੇਗੀ। ਭਾਵੇਂ ਕਿ ਭਾਗਵੰਤੀ ਹੈ ਜੇ ਭਾਨੋ ਖੁਸ਼ ਸੀ ਕਿ ਜੜ ਲੱਗ ਗਈ, ਭਾਵ ਮੁੰਡਾ ਹੋ ਗਿਆ। ਤਾਂ ਸੰਤੀ ਭਾਨੋ ਨੂੰ ਵਧਾਈਆਂ ਦਿੰਦੀ ਹੈ ਕਿ ਜੇ ਉਸਦੇ ਬੱਚਾ ਹੋ ਜਾਂਦਾ ਤਾਂ ਕਿੰਨਾ ਚੰਗਾ ਸੀ। ਹੁਣ ਤਾਂ ਭਾਗਵੰਤੀ ਘਰ ਦੀ ਮਾਲਕਣ ਬਣ ਗਈ ਹੈ, ਕਿਉਂਕਿ ਵਿਆਹ ਕਰਾਉਣ ਤੋਂ ਪਹਿਲਾਂ ਉਸਨੇ ਪੰਚਾਇਤ ਵਿੱਚ ਕਾਗਜ਼ ਉੱਪਰ ਅੰਗੂਠਾ ਲਵਾ ਕੇ ਹੀ ਕਰਾਇਆ ਸੀ, ਜਦ ਕਿ ਭਾਨੋ ਨੇ ਅਜਿਹਾ ਕੁਝ ਨਹੀਂ ਕੀਤਾ ਸੀ। ਭਾਵ ਕਿ ਭਾਗਵੰਤੀ ਹੈ ਜਿਹੜੀ ਉਹ ਹੁਣ ਘਰ ਦੀ ਮਾਲਕਣ ਬਣ ਚੁੱਕੀ ਸੀ। ਤਾਂ ਸੰਤੀ ਦੀ ਗੱਲ ਠੀਕ ਹੀ ਨਿਕਲੀ। ਮੁੰਡਾ ਹੋਣ ਮਗਰੋਂ ਭਾਗਵੰਤੀ ਹੋਰ ਦੀ ਹੋਰ ਹੋ ਗਈ। ਹੁਣ ਤਾਂ ਉਹ ਨਰੈਣੇ ਨਾਲ ਵੀ ਆਕੜ ਕੇ ਰਹਿਣ ਲੱਗੀ। ਤਾਂ ਇੱਕ ਦਿਨ ਰਾਤ ਨੂੰ ਉਹ ਮੁੰਡਾ, ਉਸਦਾ ਨਾਂ ਕਾਲਾ ਸੀ, ਉਹ ਰੋ ਰਿਹਾ ਸੀ। ਤਾਂ ਭਾਨੋ ਨੇ ਥੱਲੇ ਉਤਰ ਕੇ ਕੁੰਡਾ ਖੜਕਾ ਕੇ ਮੁੰਡਾ ਵਰਾਉਣ ਲਈ ਮੰਗਿਆ, ਪਰ ਭਾਗਵੰਤੀ ਨੇ ਉਸ ਨੂੰ ਨਾ ਦਿੱਤਾ, ਬਲਕਿ ਉਸ ਨੂੰ ਮਾੜਾ ਚੰਗਾ ਬੋਲੀ। ਬਚਨੀ ਨੇ ਗੱਲ ਨੂੰ ਹੋਰ ਚੁੱਕ ਦਿੱਤਾ ਕਿ ਔਂਤ ਪ੍ਰੇਤ ਦੀ ਨਜ਼ਰ ਬਹੁਤ ਮਾੜੀ ਹੁੰਦੀ ਹੈ ਅਤੇ ਉਹ ਮੁੰਡਾ ਭਾਨੋ ਨੂੰ ਨਾ ਫੜਾਇਆ ਕਰੇ। ਔਂਤ ਪ੍ਰੇਤ ਭਾਵ ਜਿਸ 'ਤੇ ਬੱਚਾ ਨਹੀਂ ਹੁੰਦਾ ਉਸਨੂੰ ਔਤ ਸਮਝਿਆ ਜਾਂਦਾ ਹੈ। ਉਹ ਸਮਝਦੀ ਸੀ ਕਿ ਜੇ ਮੈਂ ਇਸ ਨੂੰ ਮੁੰਡਾ ਫੜਾਵਾਂਗੀ ਤਾਂ ਇਹ ਨਜ਼ਰ ਹੈ ਜਿਹੜੀ ਉਹ ਲਾ ਦੇਵੇਗੀ। ਤਾਂ ਇਸ ਤਰ੍ਹਾਂ ਦੀ ਤਰਾਸਦੀ ਵੀ ਇਸ ਨਾਵਲ ਦੇ ਵਿੱਚ ਬਿਆਨ ਕੀਤੀ ਹੈ ਕਿ ਕਿਸ ਤਰ੍ਹਾਂ ਜਦੋਂ ਕਿਸੇ ਔਰਤ ਦੇ ਬੱਚਾ ਨਹੀਂ ਹੁੰਦਾ ਤਾਂ ਕਿਸ ਤਰ੍ਹਾਂ ਉਸ ਦੇ ਨਾਲ ਜਿਹੜਾ ਦੁਰਵਿਹਾਰ ਹੈ ਔਰਤਾਂ ਵੱਲੋਂ ਕੀਤਾ ਜਾਂਦਾ ਹੈ। ਤਾਂ ਭਾਨੋ ਨੂੰ ਜਾਪਦਾ ਸੀ ਕਿ ਘਰ ਵਿੱਚ ਹੁਣ ਕੋਈ ਡਾਢਾ ਝਗੜਾ ਹੈ ਜਿਹੜਾ ਉਹ ਪਿਆ ਰਹਿੰਦਾ ਹੈ। ਤਾਂ ਇੱਕ ਦਿਨ ਉਸ ਕੀ ਹੋਇਆ ਕਿ ਦਿਨ ਡੁੱਬਦੇ ਹੀ ਨਰੈਣਾ ਜਿਹੜਾ ਉਹ ਆ ਕੇ ਭਾਨੋ ਦੇ ਮੰਜੇ ਦੇ ਉੱਪਰ ਬੈਠ ਜਾਂਦਾ ਹੈ ਅਤੇ ਉਸ ਨਾਲ ਭਾਗਵੰਤੀ ਦੇ ਬੁਰੇ ਸਲੂਕ ਉੱਤੇ ਦੁੱਖ ਪ੍ਰਗਟ ਕਰਦਾ ਹੈ ਅਤੇ ਭਾਨੋ ਨੇ ਕਾਲੇ ਲਈ ਮੋਹ ਪ੍ਰਗਟ ਕੀਤਾ। ਪਰ ਅੰਤ ਦੇ ਵਿੱਚ ਜਿਹੜੀ ਉਹ ਅਸਲ ਗੱਲ ਹੈ ਉਹ ਭਾਨੋ ਨੂੰ ਕਹਿ ਹੀ ਦਿੰਦਾ ਹੈ ਕਿ ਹੁਣ ਭਾਗਵੰਤੀ ਹੈ ਜਿਹੜੀ ਉਸਦੇ ਮੁੰਡਾ ਹੋ ਗਿਆ ਹੈ, ਕਿਉਂਕਿ ਉਸ ਨੂੰ ਘਰ ਹੈ ਜਿਹੜਾ ਹੁਣ ਘਰੋਂ ਨਹੀਂ ਕੱਢ ਸਕਦਾ। ਤਾਂ ਉਸ ਦਾ ਕਹਿਣਾ ਹੈ ਕਿ ਇਸ ਘਰ ਦੇ ਵਿੱਚ ਜਾਂ ਭਾਨੋ ਹੀ ਰਹੇਗੀ ਜਾਂ ਮੈਂ ਹੀ ਰਹਾਂਗੀ। ਤਾਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਨਰੈਣੇ ਨੇ ਭਾਨੋ ਨੂੰ ਕਿਹਾ ਕਿ ਉਸ ਨੂੰ ਚਾਹੁੰਦੇ ਦੇ ਫੱਤੇ ਦੇ ਘਰ ਵਸਾ ਦੇਣਾ ਚਾਹੁੰਦਾ ਹੈ, ਜਿਸ ਨੇ ਕਿ ਉਸ ਨੂੰ ਪਸੰਦ ਕੀਤਾ ਹੋਇਆ। ਉਸਨੇ ਕਿਹਾ ਕਿ ਉਸ ਦੇ ਸੁੱਖ ਦੀ ਖਾਤਰ ਇਹ ਗੱਲ ਕਰਨ ਨੂੰ ਤਿਆਰ ਹੋ ਰਿਹਾ। ਇਹ ਸੁਣ ਕੇ ਭਾਨੋ ਸੁੰਨ ਜਿਹੀ ਹੋ ਗਈ। ਤਾਂ ਨਰੈਣ ਨੇ ਕਿਹਾ ਕਿ ਉਹ ਫੱਤਾ ਹੈ ਜਿਹੜਾ ਉਹ ਬੜਾ ਨੇਕ ਆਦਮੀ ਹੈ, ਉਹ ਆਪ ਵੀ ਉਸ ਨੂੰ ਮਿਲਣ ਲਈ ਚਾਹੁੰਦੇ ਜਾਂਦਾ ਰਿਹਾ ਕਰੇਗਾ। ਭਾਨੋ ਗੁੰਮਸੁੰਮ ਰਹੀ। ਤਾਂ ਅਗਲੇ ਦਿਨ ਇਸ ਦੁੱਖ ਦੇ ਵਿੱਚ ਨਾ ਹੀ ਸਵੇਰੇ ਹੇਠਾਂ ਉਤਰੀ ਅਤੇ ਨਾ ਹੀ ਉਸਨੇ ਕੁਝ ਖਾਧਾ ਪੀਤਾ।
ਤੇ ਫਿਰ ਭਾਗਵੰਤੀ ਦੇ ਆਵਾਜ਼ ਮਾਰਨ 'ਤੇ ਉਹ ਹੇਠਾਂ ਉਤਰੀ ਤੇ ਦੋ ਘੁੱਟ ਚਾਹ ਪੀ ਕੇ ਉਸਨੇ ਛਾਂਪ ਜਿਹੜੀ ਉਸਨੂੰ ਭਾਗਵੰਤੀ ਦੇ ਮੁੰਡਾ ਹੋਣ 'ਤੇ ਪਾਈ ਗਈ ਸੀ ਉਹ ਉਸਨੂੰ ਦੇ ਦਿੰਦੀ ਹੈ। ਤੇ ਦੁਪਹਿਰੇ ਫੱਤਾ ਆ ਗਿਆ। ਨਰੈਣਾ ਫੱਤੇ ਅਮਲੀ ਨੂੰ ਖੂਹ 'ਤੇ ਲੈ ਕੇ ਚਲਾ ਗਿਆ ਤੇ ਭਾਨੋ ਨੂੰ ਕਹਿ ਗਿਆ ਕਿ ਤੂੰ ਵੀ ਉਸ ਖੂਹ 'ਤੇ ਆ ਜਾਵੀਂ। ਤਾਂ ਭਾਨੋ ਬੌਂਦਲਿਆਂ ਵਾਂਗ ਅੰਦਰ ਬਾਹਰ ਘੁੰਮਦੀ ਰਹੀ। ਭਾਗਵੰਤੀ ਨੇ ਉਸਨੂੰ ਪੁੱਛਿਆ ਕਿ ਉਸਦੇ ਲਿਜਾਣ ਲਈ ਰੋਟੀ ਵਗੈਰਾ ਬਣਾ ਦੇਵੇ, ਪਰ ਭਾਨੋ ਉਸਨੂੰ ਇਨਕਾਰ ਕਰ ਦਿੰਦੀ ਹੈ। ਤਾਂ ਭਾਗਵੰਤੀ ਨੇ ਕਿਹਾ ਕਿ ਉਹ ਖੂਹ 'ਤੇ ਜਾਵੇ ਕਿਉਂਕਿ ਉੱਥੇ ਉਸਨੂੰ ਉਡੀਕ ਰਹੇ ਹਨ। ਤਾਂ ਭਾਨੋ ਨੇ ਕਾਲੇ ਦਾ ਸਿਰ ਪਲੋਸਿਆ ਤੇ ਕਿਹਾ, ਮੈਂ ਜਾਨੀ ਹਾਂ ਪੁੱਤ। ਤਾਂ ਗਲੀ ਵਿੱਚ ਪਹੁੰਚ ਕੇ ਉਸਨੇ ਮੁੜ ਕੇ ਘਰ ਵੱਲ ਦੇਖਿਆ ਕਿ ਉਸਨੇ ਸੰਤੀ ਦੇ ਬੂਹੇ ਮੂਹਰਿਓਂ ਦੀ ਉਹ ਲੰਘੀ ਤੇ ਉਹ ਬਿਨਾਂ ਘੱਗਰੇ ਤੋਂ ਤੇ ਬਿਨਾਂ ਘੁੰਡ ਕੱਢਿਆਂ ਪ੍ਰਦੇਸਨਾਂ ਵਾਂਗ ਸੱਥ ਵਿੱਚੋਂ ਦੀ ਲੰਘਦੀ ਜਾ ਰਹੀ ਸੀ। ਤੇ ਇਸ ਤਰ੍ਹਾਂ ਇਸ ਨਾਵਲ ਦੇ ਵਿੱਚ ਡਾਕਟਰ ਦਲੀਪ ਕੌਰ ਟਿਵਾਣਾ ਜੀ ਨੇ ਔਰਤ ਦੀ ਉਸ ਤਰਾਸਦੀ ਦਾ ਵਰਣਨ, ਇਸ ਕਰਕੇ ਹੀ ਇਸ ਨਾਵਲ ਦਾ ਨਾਮ ਹੈ ਜਿਹੜਾ ਉਹ ਡਾਕਟਰ ਦਲੀਪ ਕੌਰ ਟਿਵਾਣਾ ਜੀ ਨੇ ਇਹ ਹਮਾਰਾ ਜੀਵਨ ਰੱਖਿਆ ਕਿ ਔਰਤ ਜਾਤੀ ਦਾ ਜਿਹੜਾ ਜੀਵਨ ਹੈ ਉਹ ਕਿਸ ਤਰ੍ਹਾਂ ਦਾ ਉਹ ਇਸ ਨਾਵਲ ਦੇ ਵਿੱਚ ਬਿਆਨ ਕੀਤਾ ਹੈ। ਇਸਤਰੀ ਜਾਤੀ ਦੀ ਤਰਾਸਦੀ ਹੈ ਜਿਹੜੀ ਉਹ ਇਸ ਨਾਵਲ ਦੇ ਵਿੱਚ ਬਿਆਨ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਸ ਸਮੇਂ ਦੀਆਂ ਔਰਤਾਂ ਦੀ ਗੱਲ ਕੀਤੀ ਹੈ ਉਸਨੇ ਕਿ ਕਿਸ ਤਰ੍ਹਾਂ ਸਾਡੇ ਸਮਾਜਿਕ ਅਤੇ ਸੱਭਿਆਚਾਰਕ ਪ੍ਰਬੰਧ ਦੇ ਵਿੱਚ ਇਸਤਰੀ ਦੀ ਬੇਵਸੀ ਅਤੇ ਦੂਰਦਸ਼ਾ ਸੀ ਜਿਹੜੀ ਉਹ ਹੁੰਦੀ ਸੀ। ਅਤੇ ਦਲੀਪ ਕੌਰ ਟਿਵਾਣਾ ਨੇ ਇਸਤਰੀ ਨਾਲ ਹੁੰਦੇ ਧੱਕੇ, ਜ਼ਬਰ ਅਤੇ ਅਨਿਆਂ ਨੂੰ ਉਸਦੇ ਵਿਆਹ ਦੇ ਸੰਦਰਭ ਦੇ ਵਿੱਚ ਪੇਸ਼ ਕੀਤਾ ਗਿਆ ਕਿ ਕਿਸ ਤਰ੍ਹਾਂ ਉਸਦਾ ਅਣਜੋੜ ਅਮਲੀ ਨਾਲ ਵਿਆਹ ਕੀਤਾ ਜਾਂਦਾ ਹੈ, ਕਿਸ ਤਰ੍ਹਾਂ ਉਸਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਉਹਨਾਂ ਸਾਰੀਆਂ ਗੱਲਾਂ ਨੂੰ ਇਸ ਨਾਵਲ ਦੇ ਵਿੱਚ ਇਸਤਰੀ ਜਾਤੀ ਦੀ ਤਰਾਸਦੀ ਨੂੰ ਇਸ ਨਾਵਲ ਦੇ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਥੈਂਕ ਯੂ।